मैं ना थोड़ा जिहा अपनी बैकग्राउंड जरूर दसना चाहांगी और ਉਹਦੇ ਚ ਦੱਸਣਾ ਹੈ ਕਿ ਜਿਹੜੇ ਮੇਰੇ ਪਿਤਾ ਜੀ ਠੇਕੇਦਾਰ ਸਰਦਾਰ ਪੂਰਨ ਸਿੰਘ ਜੀ ਸਵਰਗਵਾਸ ਹੋ ਚੁੱਕੇ ਹੋਏ ਨੇ ਉਹ ਕੱਟਰ ਅਕਾਲੀ ਸੀ ਤੇ ਜਿਹੜੇ ਮੇਰੀ ਮਾਤਾ ਕੁਲਵੰਤ ਕੌਰ ਜੀ ਉਹ ਨਾਮਧਾਰੀ ਪਰਿਵਾਰ ਚੋਂ ਸੀ। ਮੇਰੀ ਮਾਤਾ ਕੁਲਵੰਤ ਕੌਰ ਜੀ ਉਹ ਨਾਮਧਾਰੀ ਪਰਿਵਾਰ ਚੋਂ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀਬੀ ਰਣਜੀਤ ਕੌਰ ਵੱਲੋਂ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਪ੍ਰੈਜ਼ੀਡੈਂਟ ਬੀਬੀ ਤਰਵਿੰਦਰ ਕੌਰ ਖਾਲਸਾ ਵੱਲੋਂ ਚੁੱਕੇ ਸਵਾਲਾਂ ਉੱਪਰ ਕੀਤੇ ਪਲਟਵਾਰ ਤੋਂ ਬਾਅਦ ਬੀਬੀ ਤਰਵਿੰਦਰ ਕੌਰ ਖਾਲਸਾ ਨੇ ਕੁਝ ਵਾਜਬ ਸਵਾਲ ਬੀਬੀ ਰਣਜੀਤ ਕੌਰ ਤੋਂ ਪੁੱਛੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਬੀਬੀ ਜੀ ਸਬੂਤ ਮੰਗ ਰਹੇ ਹਨ ਅਤੇ ਆਪਣੀ ਇਸ ਵਾਇਰਲ ਵੀਡੀਓ 'ਚ ਉਹਨਾਂ ਨੇ ਕਹਿੰਦਿਆਂ ਸਬੂਤ ਵੀ ਖੁਦ ਹੀ ਦੇ ਦਿੱਤੇ ਹਨ ਕਿ ਉਹਨਾਂ ਦੇ ਮਾਪੇ ਨਾਮਧਾਰੀ ਸਨ, ਪਰ ਤੁਸੀਂ ਕੀ ਆਪਣੀ ਸਿਆਸਤ ਲਈ ਆਪਣੇ ਪਰਿਵਾਰ ਦੀ ਅਸਲੀਅਤ ਛੁਪਾ ਰਹੇ ਹੋ? ਤਾਂ ਇਸ ਦੇ ਨਾਲ ਹੀ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਜਗਜੀਤ ਸਿੰਘ ਮੋਦੜ ਦਾ ਕਹਿਣਾ ਹੈ ਕਿ ਬੀਬੀ ਤਰਵਿੰਦਰ ਕੌਰ ਜੀ ਹੁਰਾਂ ਨੇ ਬੜੇ ਵਾਜਿਬ ਸਵਾਲ ਚੁੱਕੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਰਣਜੀਤ ਕੌਰ ਪ੍ਰੂਫ ਮੰਗਣ ਦੀ ਥਾਂ ਆਪਣੇ ਦੋਵੇਂ ਬੱਚਿਆਂ ਦੇ ਵਿਆਹ ਸਮੇਂ ਫੇਰਿਆਂ ਦੀ ਇੱਕ ਛੋਟੀ ਜਿਹੀ ਕਲਿੱਪ ਪਾ ਦਿਓ, ਸੱਚਾਈ ਆਪਣੇ ਆਪ ਸਾਹਮਣੇ ਆ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं बीबी जी ਨੂੰ ਇੱਥੇ ਇਹ ਗੱਲ ਕਹਿਣਾ ਚਾਹਾਂਗੀ ਕਿ ਪੂਰੀ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨ। ਮੈਂ ਪੂਰੀ ਨਾਮਧਾਰੀ ਬਰਾਦਰੀ ਦੇ ਵਾਸਤੇ ਕੋਈ ਵੀ ਸ਼ਬਦਾਵਲੀ ਜਿਹੜੀ ਹੈ ਉਹ ਗਲਤ ਉਸ ਦੀ ਵਰਤੋਂ ਨਹੀਂ ਕੀਤੀ। ਹਾਂ, ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਬੀਬੀ ਜੀ ਤੁਸੀਂ ਖੁਦ ਹੀ ਪ੍ਰੂਫ ਮੰਗਿਆ ਔਰ ਖੁਦ ਹੀ ਆਪੇ ਪ੍ਰੂਫ ਦੇ ਵੀ ਦਿੱਤਾ, क्योंकि आप जी खुद ही उस दे विच बोल रहे हो कि मेरे माता कुलवंत कौर जी जिहड़े ने उन्होंने वो नामधारीए सी, मेरे नानके जिहड़े सी वो नामधारीए सी। ते ये तो फिर अंडरस्टूड है कि जे वो नामधारीए सी ते तुसी भी नामधारीए। जिस कुछ तुसी पैदा होए 9 महीने उस मां ने रखिया, तुसी ते उस नूं भी नकार के परां कीता ते बाकी होर गल्लां ते प्रूफ दियां इस तो अगे होर की चाहीदियां ते जे चाहिदियां भी ने ते जे आपां मंग भी रहे हैं उस गल दे उत्ते ते तुसी मैं परिवार दे उत्ते पोक नहीं कर रही, पर जे तुसी ओहदे मुताबिक अपने जिहड़े कारज कीते ने उन कारजां नूं सामने शो कर दिओ। जिस तरह तुसी अकाल तख्त साहब ज्ञानी हरप्रीत सिंह होरां नूं भी कहा कि भी मैं लावां फेरे इस तरह नहीं इस तरह कीते ते एक बारी संगतां नूं भी दर्शन करके करा के ते उस गल दा जिहड़ा है खुलासा कर सकदे हो। रही गल इत्थे बीबी जी बीबी रਣਜੀਤ कौर जी दी कि इन्हां नूं मैं बड़े लंबे समय तो ही देखदी आ रही हां कि इन्हां दा हमेशा ही मुद्दा जिहड़ा है भड़काण दा हुंदा। अज भी इन्हां ने नामधारीआ बरादरी जिहड़ी है, मैं सत्कार सारिआं दा करदी हां, गुरु नूं मनण वाले जिहड़े ने ਉਹ ਸਾਡੇ ਵਾਸਤੇ ਸਤਿਕਾਰਯੋਗ ਹੈਗੇ ਨੇ। ਇਹਨਾਂ ਨੇ ਉਹਨਾਂ ਨੂੰ ਭੜਕਾਉਣ ਵਾਸਤੇ ਇਹ ਜਿਹੜਾ ਆਪਣਾ ਏਜੰਡਾ ਅਪਣਾਇਆ ਇਹ ਬੜਾ ਮੰਦਭਾਗੀ ਹੈ। ਪਿੱਛੇ ਕਿ ਵਾਰੀ ਮੈਂ ਇਹਨਾਂ ਦੀ ਇੱਕ ਵੀਡੀਓ ਦੇਖੀ ਸੀ, ਉਸ ਦੇ ਵਿੱਚ ਇਹਨਾਂ ਨੇ ਬੀਬੀਆਂ ਨੂੰ ਬੜਾ ਸੰਬੋਧਿਤ ਕਰਕੇ ਇਹ ਗੱਲ ਕਹੀ ਹੈ ਕਿ ਅਸੀਂ ਬੀਬੀਆਂ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਉੱਚੀਆਂ ਉੱਚੀਆਂ ਸੇਵਾਵਾਂ ਕਰਾਂਗੇ ਤੇ ਨਾਲ ਹੀ ਇਹਨਾਂ ਦੇ ਇਹ ਸ਼ਬਦ ਨੇ ਜਿਹੜੀ ਮੈਂ ਵਰਤੋਂ ਨਹੀਂ ਕਰਨਾ ਚਾਹੁੰਦੀ, ਇਹਨਾਂ ਦੇ ਵਰਤੋਂ ਕੀਤੀ ਉਸ ਦੇ ਬਾਰੇ ਮੈਂ ਜ਼ਿਕਰ ਕਰਦੀ ਹਾਂ ਕਿ ਅਸੀਂ ਉੱਚੇ ਉੱਚੇ ਅਹੁਦਿਆਂ ਤੇ ਰਹਾਂਗੇ ਲੇਕਿਨ ਕੁੱਤੇ ਭੌਂਕਦੇ ਨੇ ਤੇ ਭੌਂਕਣ ਦਿਓ। ਸੋ ਸਾਧ ਸੰਗਤ ਜੀ, ਇੱਥੇ ਮੈਂ ਇੱਕ ਗੱਲ ਕਲੀਅਰ ਕਰਾਂਗੀ ਆਪ ਜੀ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਸਤਰੀ ਜਾਤੀ ਨੂੰ ਬਹੁਤ ਹੀ ਉੱਚੇ ਪੱਖ ਦੇ ਉੱਤੇ ਲਿਜਾ ਕਰਕੇ ਬਹੁਤ ਹੀ ਉੱਚੇ ਅਹੁਦੇ ਤੇ ਬਿਠਾ ਦਿੱਤਾ, ਬਰਾਬਰੀ ਦਾ ਦਰਜਾ ਜਿਹੜਾ ਉਹ ਦਿੱਤਾ ਹੈ। लेकिन सिख इतिहास नूं या गुरबाणी नूं किधरे भी किसी पाखों पक्ष ते पढ़ लवो, पर उस दे विच मर्द जाति नूं कुत्ता नहीं गया। मर्द जाति की किते बेइज्जती वाली गल नहीं कही कि एक औरत नूं उच्चा अहुदा दे के ते उहनूं कह दिता जाए कि तूं मर्द नूं जिहड़ा है इदां बेइज्जत कर। ये साडे सिख कौम दे विच किते भी आपां नूं दर्ज होया होया नहीं मिलदा और मैं नहीं पढ़िया। सो समाज दे विच इहो जिहा बीबियां नूं ਗੱਲਾਂ ਕਰਨੀਆਂ। ਤੁਸੀਂ ਇੱਕ ਉੱਚੇ ਅਹੁਦੇ ਤੇ ਬੈਠੇ ਹੋ, ਤੁਸੀਂ ਕਹਿੰਦੇ ਹੋ ਕਿ ਸਾਨੂੰ ਜੈਲਸੀ ਹੁੰਦੀ ਹੈ ਕਿ ਸਾਨੂੰ ਦੁੱਖ ਲੱਗਦਾ ਜਦੋਂ ਮੈਂ ਇੱਕ ਅਹੁਦੇ ਤੇ ਬੈਠਦੀ ਹਾਂ ਤੇ ਮੈਨੂੰ ਮੇਰੇ ਵਾਸਤੇ ਸ਼ਬਦਾਵਲੀ ਇਹੋ ਜਿਹੀ ਵਰਤੋਂ ਸੁਣਨ। ਤੇ ਬੀਬੀ ਜੀ ਇੱਥੇ ਤਾਂ ਮੈਂ ਇੱਕ ਕਹਾਵਤ ਦੀ ਗੱਲ ਕਰਾਂਗੀ ਕਿ ਬੀਬੀ ਜੀ ਭੁੱਖਾ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ। ਵੀ ਤੁਹਾਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਹਿੱਤ ਸਾਹਿਬ ਨੇ ਬੜੇ ਹੀ ਸਨਮਾਨ ਦੇ ਨਾਲ ਤੁਹਾਨੂੰ ਉੱਚੇ ਅਹੁਦਿਆਂ ਤੋਂ ਸਵਕਾਰਿਆ और सुखबीर सिंह बादल होरां ने भी तुहानूं बहुत सारे अहुदियां तो निवाज दिता ते तुसीं ओह शायद समझ नहीं पा रहे क्योंकि तुहाडी हालात उही वाले हो गए ने।
ਤੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਸਾਨੂੰ ਜੈਲਸੀ ਨਹੀਂ ਹੁੰਦੀ। ਲੇਕਿਨ ਇੱਕ ਬੀਬੀਆਂ ਨੂੰ ਲੀਡ ਕਰਨ ਵਾਲਾ ਲੀਡਰ ਜਿਹੜਾ ਹੈ ਉਹ ਬੀਬੀਆਂ ਨੂੰ ਸਮਾਜ ਦੇ ਵਿੱਚ ਇਹੋ ਜੀ ਸਮਝਦਾਰੀ ਦੇਵੇ ਬਈ ਮਰਦ ਜਿਹੜਾ ਹੈ ਉਹ ਕੁੱਤਾ ਹੈ। ਮੈਂ ਕਹਿੰਦੀ ਆ ਇਹ ਠੀਕ ਤੁਸੀਂ ਨਹੀਂ ਚੱਲ ਰਹੇ। ਇਹਨਾਂ ਨੇ ਜਾਗੋ ਪਾਰਟੀ ਦੇ ਵਾਸਤੇ ਉੱਥੇ ਵੋਟਾਂ ਕਹੀਆਂ, ਵੋਟਾਂ ਵਾਸਤੇ ਹੀ ਇਹ ਨਾਮਧਾਰੀਆ ਬਰਾਦਰੀ ਨੂੰ ਇਹਨਾਂ ਨੇ ਇਹ ਜਿਹੜਾ ਹੈ ਮੇਨ ਏਜੰਡਾ ਇਹਨਾਂ ਦਾ ਇਹ ਹੋਇਆ। ਇਹਨਾਂ ਨੇ ਮੈਨੂੰ ਰਿਲੇਟਡ ਜਾਗੋ ਪਾਰਟੀ ਕੀਤਾ। ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖੋ ਕਿ ਮੈਂ ਕਿਤੇ ਵੀ ਜਾਗੋ ਪਾਰਟੀ ਦਾ ਨਾਂ ਜਾਂ ਜ਼ਿਕਰ ਉੱਥੇ ਕੀਤਾ, ਉੱਥੇ ਇੰਟਰਨੈਸ਼ਨਲ ਸਿੱਖ ਕਾਉਂਸਲ ਦਾ ਜ਼ਿਕਰ ਸਿਰਫ ਆ ਰਿਹਾ। ਉਸ ਤੋਂ ਹੀ ਮੈਂ ਆਪਣੇ ਕੰਮ ਨੂੰ ਅੰਜਾਮ ਦੇ ਰਹੀ ਹਾਂ। ਰਹੀ ਗੱਲ ਜਾਗੋ ਪਾਰਟੀ ਦੀ ਕਿ ਮੈਂ ਉੱਥੇ ਚੇਅਰਮੈਨ ਆ, ਦੇਖੋ ਜੀ ਧਰਮ ਪ੍ਰਚਾਰ ਇਹ ਦੋਨਾਂ ਲਫ਼ਜ਼ਾਂ ਦੇ ਵਿੱਚ ਕਿਸੇ ਪਾਰਟੀ ਦੀ ਦਖਲ ਅੰਦਾਜ਼ੀ ਕਿੱਥੇ ਦਿਖਾਈ ਦਿੰਦੀ ਨਹੀਂ ਹੈ। ਧਰਮ ਪ੍ਰਚਾਰ ਧਰਮ ਪਾਰਟੀਆਂ ਜਿਹੜੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਿ ਉਹਦਾ ਮੋਟਿਵ ਪਹਿਲਾ ਇਹ ਨਹੀਂ ਹੈ ਕਿ ਉਹ ਧਰਮ ਦਾ ਪ੍ਰਚਾਰ ਕਰੇ, ਉਹਨਾਂ ਦਾ ਵੀ ਮੋਟਿਵ ਧਰਮ ਪ੍ਰਚਾਰ ਹੈ। ਸਰਨਾ ਸਾਹਿਬ ਨੇ ਉਹਨਾਂ ਦਾ ਵੀ ਮੋਟਿਵ ਧਰਮ ਪ੍ਰਚਾਰ ਹੈ। ਜਾਗੋ ਪਾਰਟੀ ਹੈ ਉਹਦਾ ਵੀ ਮੋਟਿਵ ਧਰਮ ਪ੍ਰਚਾਰ ਹੈ। ਤੇ ਧਰਮ ਪ੍ਰਚਾਰ ਦੇ ਵਿੱਚ ਇੱਕ ਪਾਰਟਿਕੂਲਰ ਪਾਰਟੀ ਦਾ ਠੱਪਾ ਲੱਗਣ ਦਾ ਉਹ ਤੇ ਕਿਤੇ ਵੀ ਨਹੀਂ ਦਿਖਾਈ ਦਿੰਦਾ। ਔਰ ਮੇਰੇ ਨਾਲ ਤੇ ਮੈਂ ਤੇ ਧਰਮ ਦਾ ਪ੍ਰਚਾਰ ਕਰਨਾ, ਮੈਂ ਕਿਸੇ ਪਾਰਟੀ ਦਾ ਪ੍ਰਚਾਰ ਨਹੀਂ ਕਰ ਰਹੀ। ਔਰ ਜੇ ਮੈਂ ਜਾਗੋ ਪਾਰਟੀ ਮੈਂ ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਦਾ ਇੱਥੇ ਬਹੁਤ ਹੀ ਮੈਂ ਕਹਿੰਦੀ ਹਾਂ ਕਿ ਇੱਥੇ ਸਿੱਤੋ ਸਲਾਹ ਕਰਦੀ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਇੱਕ ਤਾਂ ਉਹਨਾਂ ਦੀ ਬਹਾਦਰੀ ਕਹਿ ਲਓ ਔਰ ਉਹਨਾਂ ਦੀ ਸੂਝ-ਬੂਝ ਦੇ ਉੱਤੇ ਤਾਰੀਫੇ ਕਾਬਿਲ ਕਹਿੰਦੇ ਆ ਕਿ ਉਹਨਾਂ ਨੇ ਮੇਰੀਆਂ ਸੇਵਾਵਾਂ ਨੂੰ ਦੇਖ ਕਰਕੇ ਮੈਨੂੰ ਧਰਮ ਪ੍ਰਚਾਰ ਦੇ ਵਾਸਤੇ ਹੀ ਜੀ ਆਇਆਂ ਆਖਿਆ। ਔਰ ਅਗਰ ਆਖਿਆ ਤੇ ਮੈਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਹਾਮੀ ਭਰੀ। ਤੇ ਮੇਰੀ ਕਿਤੇ ਨਾਰਾਜ਼ਗੀ ਸਿਰਸਾ ਸਾਹਿਬ ਦੇ ਨਾਲ ਵੀ ਨਹੀਂ ਹੈ। ਅਗਰ ਮੈਂ ਸਿਰਸਾ ਸਾਹਿਬ ਦੀ ਪਾਰਟੀ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਵੀ ਧਰਮ ਪ੍ਰਚਾਰ ਦਾ ਬਹੁਤ ਵੱਡਾ ਅਹੁਦਾ ਹੈਗਾ, ਉੱਚੇ ਨੇ। ਮੇਰੀ ਤੇ ਉਹਨਾਂ ਨਾਲ ਵੀ ਕੋਈ ਪਰਸਨਲ ਰੰਜਿਸ਼ ਨਹੀਂ। ਅੱਜ ਕੁਝ ਦਿਨ ਪਹਿਲੇ ਦੀ ਵੀ ਮੈਂ ਗੱਲ ਆਪ ਜੀ ਨੂੰ ਕਲੀਅਰ ਕਰਨਾ ਚਾਹਨੀ ਹਾਂ। ਸਿਰਸਾ ਸਾਹਿਬ ਨੂੰ ਮੈਨੂੰ ਬੰਬੇ ਤੋਂ ਇੱਕ ਟੈਲੀਫੋਨ ਆਂਦਾ ਔਰ 300 ਬੰਦੇ ਜਿਹੜੇ ਸ਼ਿਕਲੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਵੀ ਉਹ 2 ਦਿਨ ਤੋਂ ਭੁੱਖੇ ਬੈਠੇ ਹੈ ਨੇ। ਉਹਨਾਂ ਦੀਆਂ ਬੀਬੀਆਂ ਜਿਹੜੀਆਂ ਘਰ ਕੰਮ ਕਰਦੀਆਂ ਕੋਵਿਡ-19 ਦੇ ਕਰਕੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਉਹਨਾਂ ਦੇ ਹਾਲਾਤ ਬਹੁਤ ਵਿਗੜਦੇ ਜਾ ਰਹੇ ਨੇ। ਤੇ ਮੈਂ ਸਿਰਸਾ ਸਾਹਿਬ ਨੂੰ ਉਸ ਦੇ ਉੱਤੇ ਫੋਨ ਕੀਤਾ ਕਿ ਤੁਸੀਂ ਉਹ 300 ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਤੁਸੀਂ ਲੰਗਰ ਮੁਹੱਈਆ ਕਰਵਾਓ। ਤੇ ਉਹਨਾਂ ਨੇ ਮੇਰੇ ਖਿਆਲ ਤੇ 40 ਤੋਂ 45 ਮਿੰਟ ਦਾ ਵੀ ਸਮੇਂ ਨਹੀਂ ਲਗਾਇਆ। ਮੈਨੂੰ ਫੋਨ ਆ ਗਿਆ ਕਿ ਬੀਬੀ ਜੀ ਅਸੀਂ ਉਧਰ ਵਾਲੇ ਪਾਸੇ 300 ਮੈਂਬਰਾਂ ਦਾ ਟਰੱਕ ਜਿਹੜਾ ਲੰਗਰ ਦਾ ਅਸੀਂ ਉਧਰ ਭੇਜ ਦਿੱਤਾ। ਇਸੇ ਤਰੀਕੇ ਨਾਲ ਮੈਂ ਸਰਨਾ ਸਾਹਿਬ ਦੀ ਵੀ ਗੱਲ ਕਰਨੀ ਆ ਕਿ ਜਦੋਂ ਉਹਨਾਂ ਨੇ ਨਗਰ ਕੀਰਤਨ ਲੈ ਕੇ ਗਏ ਨੇ ਤੇ ਉਦੋਂ ਕਾਫੀ ਸਾਰੀਆਂ ਬੀਬੀਆਂ ਜਿਹੜੀਆਂ ਇੰਟਰਨੈਸ਼ਨਲ ਸਿੱਖ ਕਾਉਂਸਲ ਦੀਆਂ ਸੀ ਜਿਹੜੀਆਂ ਨਹੀਂ ਮਤਲਬ ਆਪਣਾ ਖਰਚੇ ਦੇ ਉੱਤੇ ਨਹੀਂ ਜਾ ਸਕਦੀਆਂ ਸੀ, ਲੇਕਿਨ ਨਗਰ ਕੀਰਤਨ ਤੇ ਉਹਨਾਂ ਦੇ ਮਨ ਦੀ ਭਾਵਨਾ ਸੀ ਕਿ ਜਾਈਏ। ਤੇ ਜਦੋਂ ਮੈਂ ਸਰਨਾ ਸਾਹਿਬ ਨੂੰ ਇਸ ਦਾ ਸਵਾਲ ਪਾਇਆ ਕਿ ਮੈਨੂੰ 2 ਬੱਸਾਂ ਚਾਹੀਆਂ, ਬੀਬੀਆਂ ਜਿਹੜੀਆਂ 2 ਬੱਸਾਂ ਚਾਹੀਦੀਆਂ ਨੇ, ਬੀਬੀਆਂ ਜਿਹੜੀਆਂ ਨੇ ਉਹ ਨਗਰ ਕੀਰਤਨ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੀਆਂ ਨੇ, ਤੇ ਉਹਨਾਂ ਨੇ ਮੈਨੂੰ 1 ਮਿੰਟ ਵੀ ਨਹੀਂ ਲਾਇਆ, 2 ਬੱਸਾਂ ਵੀ ਦਿੱਤੀਆਂ। ਉਸ ਤੋਂ ਬਾਅਦ ਵੀ ਮੇਰੇ 13 ਮੈਂਬਰ ਜਿਹੜੇ ਸੀ ਹੋਰ ਰੁਕ ਰਹੇ ਸੀ, ਕਿਸੇ ਹੋਰ ਬੱਸ 'ਚ ਵੀ ਇੰਤਜ਼ਾਮ ਉਹਨਾਂ ਨੇ ਕਰਕੇ ਔਰ ਬਹੁਤ ਹੀ ਪਿਆਰ ਔਰ ਸਤਿਕਾਰ ਦੇ ਨਾਲ ਸਨਮਾਨਿਤ ਕਰਦੇ ਹੋਏ ਸੰਗਤਾਂ ਨੂੰ ਬਹੁਤ ਸੇਵਾਵਾਂ ਦਿੱਤੀਆਂ। ਔਰ ਬੀਬੀਆਂ ਜਿਹੜੀਆਂ ਨੇ ਜਿਹੜੀ ਸੰਗਤ ਗਈ ਹੈ ਉਹ ਬੜੀ ਖੁਸ਼ ਹੋ ਕੇ ਆਈ ਹੈ। ਮੇਰੇ ਨਾਲ ਤੇ ਕਿਸੇ ਦਾ ਵੀ ਕੋਈ ਨਾਰਾਜ਼ਗੀ ਨਹੀਂ। ਮਨਜੀਤ ਸਿੰਘ ਜੀਕੇ ਹੋਰਾਂ ਨੇ ਸਨਮਾਨਿਤ ਕੀਤਾ, ਉਧਰ ਹੀ ਮੈਨੂੰ ਉਹਨਾਂ ਨੇ ਵੀ ਸਨਮਾਨਿਤ ਕੀਤਾ। ਮੈਂ ਤੇ ਉਹ ਵੀ ਅਗਰ ਕਹਿਣਗੇ ਧਰਮ ਪ੍ਰਚਾਰ ਦੇ ਵਿੱਚ ਅੱਗੇ ਆਓ ਤੇ ਮੈਂ ਇੰਟਰਨੈਸ਼ਨਲ ਸਿੱਖ ਕਾਉਂਸਲ ਵੱਲੋਂ ਸਾਰਿਆਂ ਦੇ ਨਾਲ ਧਰਮ ਦੇ ਪ੍ਰਚਾਰ ਦੇ ਲਈ ਮੇਰੀ ਔਰ ਮੇਰੀ ਸਾਰੀ ਟੀਮ ਜਿਹੜੀ ਉਹ ਤਤਪਰ ਰਹੇਗੀ। ਦੇਖੋ ਜੋ ਸਾਡੇ ਪ੍ਰਧਾਨ ਹੈਗੇ ਨੇ ਇੰਟਰਨੈਸ਼ਨਲ ਸਿੱਖ ਕਾਉਂਸਲ ਦੇ ਬੀਬੀ ਤਰਵਿੰਦਰ ਕੌਰ ਖਾਲਸਾ ਜੀ, ਇਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਹੈਗੀ ਕਿ ਜੋ ਅਗਰ ਅਸੀਂ ਇਹ ਜਿਹੜੀ ਬਾਈਟ ਸੁਣੀ ਹੈਗੀ ਕਿ ਬੀਬੀ ਰਣਜੀਤ ਕੌਰ ਦੇ ਬਾਰੇ ਦੀ ਵੀ ਕਿ ਉਹਨਾਂ ਨੇ ਕਿਹਾ ਕਿ ਨਾਮਧਾਰੀ ਪਰਿਵਾਰ ਦੇ ਉੱਤੇ ਮੈਨੂੰ ਇੰਨੀ ਗੱਲ ਕਹੀ ਹੈ ਕਿ ਪ੍ਰੂਫ ਦੱਸੋ। ਹੁਣ ਇਹਨਾਂ ਦੇ ਕੋਲ ਕੀ ਪ੍ਰੂਫ ਦੱਸੋ। ਹੁਣ ਬੀਬੀ ਤਰਵਿੰਦਰ ਕੌਰ ਜੀ ਦੀ ਮੈਂ ਗੱਲ ਦੇਖੀ, ਉਹਨੇ ਸੁਣੀ ਵੀ ਹੈਗੀ ਕਿ ਬਈ ਇਹਨਾਂ ਨੇ ਕਿਹਾ ਕਿ ਜਿਸ ਮਾਂ ਦੇ ਪੇਟ 'ਚੋਂ ਤੁਸੀਂ ਜਨਮ ਲਿੱਤਾ ਹੈਗਾ ਤੇ ਉਹ ਮਾਂ ਵੀ ਤਾਂ ਨਾਮਧਾਰਨ ਸੀਗੀ ਤੇ ਤੁਹਾਡੇ ਪਿਤਾ ਜੀ ਵੀ ਤਾਂ ਨਾਮਧਾਰਨ ਸੀਗੇ। ਇਸ ਤੋਂ ਵੱਡਾ ਪ੍ਰੂਫ ਕੀ ਹੈਗਾ। ਹੁਣ ਤੁਸੀਂ ਕਹਿੰਦੇ ਹੋਗੇ ਤੁਹਾਡੀ ਬਾਈਟ 'ਚ ਕੱਲ ਮੈਂ ਦੇਖੀ ਹੈਗੀ ਉਹਦੇ ਤੁਸੀਂ ਕਿਹਾ ਪਹਿਲੇ ਮੇਰੇ ਕੋਲ ਪ੍ਰੂਫ ਲਿਆਓ ਮੈਂ ਤਦ ਗੱਲ ਕਰਾਂਗੀ। ਪ੍ਰੂਫ ਇਸ ਅਸੀਂ ਕੀ ਇਕੱਠੇ ਕਰਨੇ ਹੈਗੇ ਨੇ ਜੀ। ਪ੍ਰੂਫ ਤੇ ਤੁਹਾਡੇ ਕੋਲ ਬੜਾ ਵਧੀਆ ਹੈ। ਤੁਸੀਂ ਆਪਣੇ 2 ਬੱਚਿਆਂ ਦੇ ਵਿਆਹ ਕੀਤੇ ਨੇ, ਇੱਕ ਆਪਣੇ ਬੇਟੇ ਦਾ ਵਿਆਹ ਕੀਤਾ ਹੈ ਔਰ ਇੱਕ ਆਪਣੀ ਬੇਟੀ ਦਾ ਵਿਆਹ ਕੀਤਾ ਹੈਗਾ। ਜਿਹੜੇ ਵੀ ਮਾਰਕੀਟ 'ਚ ਅਗਰ ਕਿਸੇ ਨੂੰ ਵੀ ਕੋਈ ਦੁਵਿਧਾ ਹੈਗੀ ਜਾਂ ਕੋਈ ਸ਼ੰਕਾ ਹੈਗੀ ਹੈ, ਤੁਸੀਂ ਛੋਟਾ ਜਿਹਾ ਕੰਮ ਕਰੋ,
ਤੁਸੀਂ ਆਪਣੇ ਦੋਨਾਂ ਦੇ ਲਾਵਾਂ ਫੇਰੇ ਜਿਹੜੇ ਹੈਗੇ ਨੇ, ਲਾਵਾਂ ਫੇਰੀ ਦੀ ਇੱਕ ਜਿਹੜੀ ਹੈਗੀ ਕੋਈ ਨਾ ਕੋਈ ਵੀਡੀਓ, ਛੋਟੀ ਜਿਹੀ ਵੀਡੀਓ ਉਹਦੀ ਫਲੈਸ਼ ਕਰ ਦਿਆ ਗਿਓ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ ਕਿ ਤੁਸੀਂ ਆਪਣੇ ਨਾਮਤਰਨ ਹੋ ਜਾਂ ਨਹੀਂ ਹੋ। ਹੁਣ ਇੱਕ ਸਵਾਲ ਇਹ ਬੜਾ ਵਧੀਆ ਹੈਗਾ ਕਿ ਬੀਬੀ ਤਰਵਿੰਦਰ ਕੌਰ ਜੀ ਨੇ ਬੜਾ ਵਧੀਆ ਗੱਲ ਕਹੀ ਕਿ ਤੁਸੀਂ ਆਪਣੀ ਨਾਮਤਰੀ ਅਗਰ ਤੁਹਾਡਾ ਪਰਿਵਾਰ ਹੈਗਾ ਕਿ ਉਹਨੂੰ ਛੁਪਾਉਂਦੇ ਕਿਉਂ ਪਏ ਹੋ? ਸਿਰਫ ਇੱਕ ਸੀਟਾਂ ਦੇ ਪਿੱਛੇ। ਸੀਟਾਂ ਤੇ ਅੱਜ ਹੈਗੀਆਂ, ਕੱਲ ਕੋਈ ਨਹੀਂ ਹੈਗੀਆਂ, ਮਗਰ ਜਿਹੜਾ ਅਗਰ ਇਹਦਾ ਮਤਲਬ ਤੇ ਕੱਲ ਆਪਾਂ ਧਰਮ ਵੀ ਚੇਂਜ ਕਰ ਸਕਦੇ ਹੈਗੇ। ਇਹ ਬੜੀ ਸਿੰਪਲ ਜੀ ਗੱਲ ਹੈਗੀ ਹੈ ਕਿ ਜੋ ਅਗਰ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਸਵਾਲ ਜਵਾਬ ਅਗਰ ਕੋਈ ਹੁੰਦਾ ਹੈਗਾ, ਤੁਹਾਡੇ ਉੱਤੇ ਉੱਠਦੇ ਪਏ ਹੈਗੇ ਹੋ, ਸਾਨੂੰ ਬੜੀ ਖੁਸ਼ੀ ਹੈਗੀ ਹੈ ਕਿ ਤੁਸੀਂ ਉੱਤੇ ਉੱਠਦੇ ਪਏ ਹੈਗੇ ਹੋ। ਇੱਕ ਲੇਡੀ ਅਗਰ ਉੱਤੇ ਉੱਠਦੀ ਪਈ ਹੈਗੀ ਹੈ, ਅੱਜ ਲੇਡੀ ਦੇਸ਼ ਦੀ ਪ੍ਰਧਾਨ ਮੰਤਰੀ ਵੀ ਬਣ ਗਈ ਇੰਦਰਾ ਗਾਂਧੀ, ਅੱਜ ਕਿਰਨ ਬੇਦੀ ਵੀ ਪੂਰੀ ਦੀ ਪੂਰੀ ਦੇਖੋ ਦਿੱਲੀ ਪੁਲਿਸ ਦੇ ਵਿੱਚ ਬੜੇ ਵੱਡੇ ਅਹੁਦੇ ਤੇ ਹੋ ਗਈ, ਪਾਇਲਟ ਬਣ ਗਏ, ਸ਼ਿਪ ਚਲਾਉਂਦੀਆਂ ਹੈ। ਐਸੀ ਕੋਈ ਗੱਲ ਕੋਈ ਨਹੀਂ, ਸਾਨੂੰ ਕਿਸੇ ਨੂੰ ਵੀ ਕੋਈ ਤੁਹਾਡੇ ਉੱਚੇ ਅਹੁਦੇ ਤੇ ਜਦੋਂ ਤੁਸੀਂ ਜਾਂਦੇ ਹੋ ਸਾਨੂੰ ਕਿਸੇ ਵੀ ਕੋਈ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ। ਸਿਰਫ ਇਹ ਹੈਗਾ ਕਿ ਤੁਸੀਂ ਜਦੋਂ ਇੱਕ ਪੈਨਿਕ ਹੋ ਕੇ ਜਦੋਂ ਗੱਲ ਕਰਦੇ ਹੈਗੇ ਹੋ ਤਾਂ ਅੱਜ ਦੀ ਤਰੀਕ ਵਿੱਚ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਨੇ ਬਿਲਕੁਲ ਠੀਕ ਗੱਲ ਕਹੀ ਕਿ ਤੁਸੀਂ ਸਾਰੇ ਨਾਮਤਰੀਆ ਜਥਾ ਜਿਹੜਾ ਹੈਗਾ ਨਾ ਤੁਸੀਂ ਉਹਨਾਂ ਨੂੰ ਭੜਕਾਉਂਦੇ ਪਏ ਹੋ। ਔਰ ਤੁਹਾਡੀ ਵੀਡੀਓ ਦੇ ਵਿੱਚ ਜਿਹੜੀ ਇਹ ਗੱਲ ਆਈ ਹੈਗੀ ਹੈ, ਤੁਸੀਂ ਕਿਹਾ ਕਿ ਕੋਈ ਵੀ ਨਾਮਤਰੀਆਂ ਦੇ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਹੈ ਕਿ ਕੋਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਨਾ ਪਾਓ। ਇਹ ਕੀ ਚੀਜ਼ ਹੋਈ? ਤੁਹਾਡਾ ਜਿਹੜਾ ਅਗਰ ਨਾ ਪਰਸਨਲ ਅਗਰ ਕੋਈ ਗੱਲ ਹੈਗੇ ਤੇ ਇਹਦਾ ਮਤਲਬ ਤੁਸੀਂ ਸਾਰੇ ਨਾਮਤਰੀ ਆਪਣੇ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ, ਵੱਡਿਆਂ ਨੂੰ, ਛੋਟਿਆਂ ਨੂੰ ਤੁਸੀਂ ਟਾਰਗੇਟ ਨਹੀਂ ਕਰ ਸਕਦੇ। ਮੈਂ ਤਾਂ ਇੱਕ ਹੀ ਗੱਲ ਕਹਾਂਗਾ ਜੀ ਕਿ ਭਾਈ ਤੁਸੀਂ ਆਪਣਾ ਜਿਹੜਾ ਤੁਹਾਡੇ ਅਗਰ ਕੋਈ ਪਦਵੀਆਂ ਤੁਹਾਨੂੰ ਮਿਲਦੀਆਂ ਪਈਆਂ ਹੈਗੀਆਂ ਤੇ ਤੁਸੀਂ ਪਦਵੀਆਂ, ਸਾਨੂੰ ਵੀ ਖੁਸ਼ੀ ਹੈ ਤੁਹਾਨੂੰ ਪਦਵੀਆਂ ਮਿਲਦੀਆਂ ਪਈਆਂ, ਮਗਰ ਇੱਕ ਚੀਜ਼ ਅੱਜ ਤੱਕ ਮੇਰੇ ਪੱਲੇ ਨਹੀਂ ਜੇ ਪਈ ਜੀ ਕਿ ਕਿਆ ਇੱਕ ਮਤਲਬ ਤੁਹਾਨੂੰ ਹੀ ਪਦਵੀਆਂ ਮਿਲਦੀਆਂ ਪਈਆਂ, ਤੁਹਾਡੇ ਕੋਲ ਇਹੋ ਜਿਹਾ ਗਿਆਨ ਹੈਗਾ, ਤੁਹਾਡੇ ਕੋਲ ਇਹੋ ਜਿਹੀ ਕੋਈ ਪੜ੍ਹਾਈ ਹੈਗੀ ਹੈ, ਤੁਹਾਡੇ ਕੋਲ ਕੋਈ ਇਹੋ ਜਿਹਾ ਸਿਸਟਮ ਹੈਗਾ। ਹੋਰ ਸਿੱਖ ਬਰਾਦਰੀ ਦੇ ਵਿੱਚ ਕੋਈ ਲੇਡੀ ਪੜ੍ਹੀ ਲਿਖੀ ਕੋਈ ਨਹੀਂ ਹੈਗੀ। ਮੇਰਾ ਤਾਂ ਇੱਕੋ ਹੀ ਸਵਾਲ ਹੈਗਾ, ਮੈਂ ਤੇ ਬੀਬੀ ਤਰਵਿੰਦਰ ਕੌਰ ਜੀ ਨੂੰ ਕਹਾਂਗਾ ਕਿ ਜਿਹੜਾ ਇਹਨਾਂ ਨੇ ਸਵਾਲ ਅਗਰ ਕੀਤੇ ਹੈਗੇ ਨੇ ਇਹ ਬਿਲਕੁਲ ਠੀਕ ਹੈਗੇ ਨੇ। ਔਰ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰ ਰਿਹਾ, ਤੁਸੀਂ ਆਪਣੇ ਦੋਨੋਂ ਬੱਚਿਆਂ ਦੇ ਫੇਰਿਆਂ ਦੀ ਇੱਕ ਛੋਟੀ ਜਿਹੀ ਕਲਿੱਪਿੰਗ ਪਾ ਦਿਓ, ਸਭ ਦੇ ਮੂੰਹ ਬੰਦ ਹੋ ਜਾਣਗੇ। ਸਤਿ ਸ਼੍ਰੀ ਅਕਾਲ ਜੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।